that is magnetic effects of electric current देखो इलेक्ट्रिक करंट ਅਸੀਂ पढ़ के आए हैं इलेक्ट्रिक करंट की सीगा रेट ऑफ फ्लो ऑफ चार्जेस कि ਜਦੋਂ ਕਿਸੇ ਕੰਡਕਟਰ ਦੇ ਵਿੱਚ ਜੋ ਚਾਰजेस ਨੇ ਉਹ ਫਲੋ ਕਰਦੇ ਹੈ मूव करते हैं तो ਉਹਨਾਂ ਕਰਕੇ ਕੀ ਬਣਦਾ ਹੈ ਕਰੰਟ ਬਣਦਾ ਹੈ ਇਹ ਆਪਾਂ ਪੜ੍ਹ ਕੇ ਆਏ ਹਾਂ ਠੀਕ ਹੈ ਹੁਣ ਉਸ ਇਲੈਕਟ੍ਰਿਕ ਕਰੰਟ ਦੇ ਕਰਕੇ ਕਿਹੜੇ ਕਿਹੜੇ ਮੈਗਨੈਟਿਕ ਇਫੈਕਟਸ ਸਾਨੂੰ ਦੇਖਣ ਨੂੰ ਮਿਲਦੇ ਆ ਉਹ ਅਸੀਂ ਸਟੱਡੀ ਕਰਦੇ ਹਾਂ ਤਾਂ ਜਦੋਂ ਵੀ ਵਰਡ ਮੈਗਨੈਟਿਕ ਨੂੰ ਅਸੀਂ ਦੇਖਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਮੈਗਨੇਟ ਬਿਲਕੁਲ ਸਹੀ ਆ ਆਉਣਾ ਵੀ ਚਾਹੀਦਾ ਕਿਉਂਕਿ ਇਹ ਚੈਪਟਰ ਹੀ ਹੈਗਾ ਮੈਗਨੇਟ ਦੇ ਨਾਲ ਰਿਲੇਟਡ ਤਾਂ ਮੈਗਨੇਟ ਕੀ ਹੁੰਦਾ ਹੈ कोई दस सकता है व्हाट डू यू मीन बाय अ मैग्नेट बच्चे मैग्नेट की हुंदा है a body ओए आ गूगल तो देखी देखी गूगल तो सर्च मारी जांदे कौन है ये जमी 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 शर्म लई पई देखी Sir, a piece of iron which can attract the particles of iron or magnetic particles. हाँ चंचल भी बोल रही थी बेसिकली चंचल बॉडी नहीं कहांगे चलो कह भी सकते हो तब भी कोई दिक्कत नहीं हैगी ठीक है अच्छा आ कौन सी जेड़ा मतलब वो गूगल ਦੇ ਵਿੱਚ ਜਾ ਕੇ ਸਰਚ ਕਰ ਰਿਹਾ ਸੀ व्हाट डू यू मीन बाय मैग्नेटिक मटेरियल्स ਜਾਂ मैग्नेट्स कितने झूठ बोलना के बहुत गप्पी हो चलो मैग्नेट की है जी बेसिकली मैग्नेट आ मटेरियल which has property to attract or repel magnetic materials ਜਿਵੇਂ ਛੋਟੇ ਹੁੰਦੇ ਅਸੀਂ 6 और 7 ਦੇ ਵਿੱਚ ਬੁੱਕਸ ਦੇ ਵਿੱਚ ਪੜਿਆਗਾ ਤੇ ਘਰੇ ਵੀ ਦੇਖਿਆ ਹੋਊਗਾ ਵੀ ਤੁਹਾਡੇ ਕੋਲ ਅਗਰ ਇੱਕ ਮੈਗਨੇਟ ਹੈ ਤਾਂ ਮੈਗਨੇਟ ਦੇ ਤੁਸੀਂ ਨੀਅਰ ਅਬਾਊਟ ਕੋਈ ਸਮਾਲ ਆਇਰਨ ਦੇ ਪੀਸਿਸ ਅਗਰ ਰੱਖਦੇ ਹੋ small iron pieces अगर इस ते नियर प्लेस करते हो ਤਾਂ ਇਹ ਇਸ ਪੀਸਿਸ ਇਸ ਮੈਗਨੇਟ ਦੇ ਵੱਲ ਅਟਰੈਕਟ ਹੋ ਜਾਂਦੇ ਨੇ ਤੇ ਇਹ ਐਦਾਂ ਸਟਿਕ ਹੋ ਜਾਣਗੇ ਠੀਕ ਹੈ ਜੀ ਦੂਸਰਾ ਜਿਵੇਂ ਮੰਨ ਲਓ ਆ ਤੁਹਾਡੇ ਕੋਲ ਇੱਕ ਮੈਗਨੇਟ ਹੈ ਆ ਨਾਰਥ ਹੈ ਆ ਸਾਊਥ ਹੈ ਇਹਦੇ ਨੀਅਰ ਅਬਾਊਟ ਅਗਰ ਤੁਸੀਂ ਇੱਕ ਹੋਰ ਮੈਗਨੇਟ ਲੈ ਕੇ ਆਓਗੇ अगर ਇਹਦਾ ਪੋਲ ਨਾਰਥ ਹੈ ਸਾਊਥ ਹੈ ਤੇ ਆਪਾਂ ਨੂੰ ਪਤਾ ਹੈ ਵੀ ਇਹ ਇੱਕ ਦੂਸਰੇ ਨੂੰ ਕੀ ਕਰਨਗੇ ਰਿਪੈਲ ਜੇ ਇੱਥੇ ਨਾਰਥ ਇੱਥੇ ਸਾਊਥ ਰੱਖ ਦੋਗੇ ਤਾਂ ਇਹ ਕੀ ਕਰਨਗੇ ਅਟਰੈਕਟ ਹਨਾ ਇਹ ਬੇਸਿਕ ਜੇ ਕਨਸੈਪਟ ਨੇ ਮਤਲਬ ਅਸੀਂ ਆਲਰੇਡੀ ਪੜ੍ਹੇ ਹੋਏ ਆ ਹੋਰ ਵੀ ਅਸੀਂ ਪੜਾਂਗੇ ਹੁਣ ਅਸੀਂ ਇਹ ਵੀ ਪੜਾਂਗੇ ਕਿ ਮਤਲਬ ਯਾਨੀ ਕਿ ਮੈਗਨੈਟਿਕ ਮਟੀਰੀਅਲਸ ਕਿਹੜੇ ਕਿਹੜੇ ਹੁੰਦੇ ਨੇ ਕਿਹੜੇ ਕਿਹੜੇ ਮਟੀਰੀਅਲਸ ਨੇ ਜਿਹੜੇ ਮੈਗਨੈਟਿਕ ਕਰੈਕਟਰ ਸ਼ੋ ਕਰਦੇ ਆ ਕਿਹੜੇ ਨਹੀਂ ਕਰਦੇ ਠੀਕ ਹੈ ਉਹਦੇ ਵੀ ਅਸੀਂ ਵਿਚਾਰ ਕਰਾਂਗੇ ਤਾਂ ਦੇਖੋ ਮੈਗਨੇਟ ਦੀ ਪ੍ਰੋਪਰਟੀ ਹੈ ਅਟਰੈਕਟ ਕਰਨ ਦੀ ਰਿਪੈਲ ਕਰਨ ਦੀ ਥੋੜਾ ਜਿਹਾ ਸੋਚ ਕੇ ਦੇਖੋ ਇਹੀ ਪ੍ਰੋਪਰਟੀ ਚਾਰਜ ਦੀ ਵੀ ਸੀ ਚਾਰਜ ਵੀ ਕਿਸੇ ਚਾਰਜਡ ਬਾਡੀ ਨੂੰ ਅਟਰੈਕਟ ਵੀ ਕਰਦਾ ਸੀ ਰਿਪੈਲ ਵੀ ਕਰਦਾ ਸੀ ਅੱਛਾ ਨਿਊਟਰਲ ਬਾਡੀ ਨੂੰ ਵੀ ਅਸੀਂ ਪੜਿਆ ਬਾਈ ਇੰਡਕਸ਼ਨ ਉਹ ਕੀ ਕਰਦਾ ਸੀ ਅਟਰੈਕਟ ਕਰਦਾ ਸੀ ਤਾਂ ਮੈਗਨੇਟ ਦੀਆਂ ਜੋ ਪ੍ਰੋਪਰਟੀਆਂ ਨੇ ਕਿਤੇ ਨਾ ਕਿਤੇ ਉਹ ਚਾਰਜ ਨਾਲ ਅਸੀਂ ਕੰਪੇਅਰ ਕਰਕੇ ਚੱਲਾਂਗੇ ਸੇਮ ਹੀ ਨੇ ਅਟਰੈਕਸ਼ਨ ਔਰ ਰਿਪਲਸ਼ਨ ਦੀ ਪ੍ਰੋਪਰਟੀ ਉਹਦੇ ਕੋਲੇ ਸੀ ਇਹਦੇ ਕੋਲੇ ਵੀ ਅਟਰੈਕਸ਼ਨ ਤੇ ਰਿਪਲਸ਼ਨ ਦੀ ਪ੍ਰੋਪਰਟੀ ਅੱਛਾ ਫਿਰ ਅਸੀਂ ਕੀ ਪੜਿਆ ਸੀਗਾ ਕਿ ਸਾਡੇ ਕੋਲੇ ਅਗਰ ਇੱਕ ਚਾਰਜ ਹੈ ਇਸ ਚਾਰਜ ਦੇ ਅਰਾਊਂਡ
ਅਸੀਂ ਪੜਿਆ ਸੀ ਇੱਕ ਫੀਲਡ ਐਗਜ਼ਿਸਟ ਕਰਦਾ ਹੈ। ਅੱਛਾ ਇਸ ਫੀਲਡ ਦਾ ਅਸੀਂ ਕੀ ਨਾਮ ਰੱਖਿਆ ਸੀਗਾ? Electric field. ਵੈਰੀ ਗੁੱਡ, that is ਇਲੈਕਟ੍ਰਿਕ ਫੀਲਡ। ਤੇ ਇਸ ਇਲੈਕਟ੍ਰਿਕ ਫੀਲਡ ਦੇ ਵਿੱਚ ਕੋਈ ਵੀ ਚਾਰजेस ਮਤਲਬ ਟੈਸਟ ਚਾਰਜ ਤੁਸੀਂ ਕਿਸੇ ਵੀ ਜਗ੍ਹਾ ਤੇ ਪਲੇਸ ਕਰਦੇ ਹੋ ਤਾਂ ਉਹ ਤੇ ਫੋਰਸ ਲੱਗਦੀ ਸੀ, that is F is equal to Q not E। ਇਹ ਵੀ ਪੜ੍ਹ ਕੇ ਆਏ ਅਸੀਂ। ਸਿਮਿਲਰਲੀ Sir, ਸੋਚ ਕੇ ਦੇਖੋ। sir, ਹਾਂਜੀ ਹਾਂਜੀ sir, ਚੰਚਲ ਗਰੁੱਪ ਦੇ ਵਿੱਚ ਕਹਿ ਰਹੀ ਹੈ ਕਿ ਉਹਦਾ ਡਿਸਕਨੈਕਟ ਹੋ ਰਿਹਾ ਬਾਰ-ਬਾਰ। ਚੰਚਲ ਦੇ ਤਾਂ ਉਧਰ ਨੈਟਵਰਕ ਦੀ ਪ੍ਰੋਬਲਮ ਰਹਿੰਦੀ, ਕੋਈ ਗੱਲ ਨਹੀਂ, ਉਹਨਾਂ ਨੂੰ ਆਪਾਂ ਰਿਕਾਰਡਿੰਗ ਭੇਜ ਦਾਂਗੇ, ਕੋਈ ਗੱਲ ਨਹੀਂ। ਜਦੋਂ ਕਨੈਕਟ ਹੋ ਗਿਆ ਨਾ ਮੈਂ ਆਪਣੇ ਇਧਰੋਂ ਜੁਆਇਨ ਕਰ ਲੂੰਗਾ ਨਾ। ਹੁਣ ਕਹ ਤੁਸੀਂ ਇੱਕ ਵਾਰੀ ਟਰਾਈ ਕਰ ਲਓ, ਜਦੋਂ ਕਨੈਕਟ ਹੋਇਆ ਮੈਂ ਇਧਰੋਂ ਜੁਆਇਨ ਕਰ ਲੂੰਗਾ। ਤਾਂ ਇਸ ਚਾਰਜ ਦੇ ਅਰਾਊਂਡ ਕੀ ਹੈ? ਇੱਕ ਇਲੈਕਟ੍ਰਿਕ ਫੀਲਡ ਹੈ ਜਿਹਦੇ ਫੋਰਸ ਲੱਗਦੀ ਹੈ F is equal to Q not E। ਓਕੇ, ਸਿਮਿਲਰਲੀ ਸੋਚ ਕੇ ਦੇਖੋ, ਅਗਰ ਇੱਕ ਇਹ ਮੈਗਨੇਟ ਹੈ, ਇੱਕ ਮੈਗਨੇਟ ਦਾ ਪੀਸ ਹੈ, ਨਾਰਥ ਹੈ, ਇਹ ਸਾਊਥ ਹੈ, ਇਹਦੇ ਨੀਅਰ ਤੁਸੀਂ ਇੱਕ ਕੀ ਹੈ ਮੈਗਨੇਟ ਰੱਖਤੀ ਨਾਰਥ ਸਾਊਥ, ਤਾਂ ਇਹਨੂੰ ਕੀ ਕਰੂਗਾ? ਅਟਰੈਕਟ ਕਰੂਗਾ ਨਾ, ਤਾਂ ਇਹਨੂੰ ਅਟਰੈਕਟ ਕਰੂ। ਅੱਛਾ ਜੇ ਮੈਂ ਇਸ ਮੈਗਨੇਟ ਨੂੰ ਇਸ ਤੋਂ ਥੋੜਾ ਜਿਹਾ ਦੂਰ ਰੱਖਾਂ ਤਾਂ ਕੀ ਹੁਣ ਵੀ ਇਹ ਉਨੀ ਹੀ ਫੋਰਸ ਨਾਲ ਇਹਨੂੰ ਅਟਰੈਕਟ ਕਰੂਗਾ ਜਾਂ ਫੋਰਸ ਘਟ ਜਾਊਗੀ? ਸਰ ਡਿਕਰੀਜ਼ ਹੋ ਜੂ ਫੋਰਸ। ਹਾਂ ਸਾਰਿਆਂ ਨੇ ਬੋਲੋ ਜੀ, ਪਤਾ ਜੇ ਨਾਲ ਬੋਲੋਗੇ ਤਾਂ ਉਹਨੇ ਤੁਸੀਂ ਫਾਇਦੇ ਚ ਰਹੋਗੇ, ਤਾਂ ਫੋਰਸ ਘਟ ਜਾਊਗੀ। ਅੱਛਾ ਇਹਨੂੰ ਹੋਰ ਜ਼ਿਆਦਾ ਦੂਰ ਅਸੀਂ ਅਗਰ ਲੈ ਜਾਈਏ ਤਾਂ ਫੋਰਸ ਹੋਰ ਡਿਕਰੀਜ਼ ਹੋ ਜਾਊਗੀ। ਮਤਲਬ ਬਹੁਤ ਜ਼ਿਆਦਾ ਦੂਰ ਜਾ ਕੇ ਇੱਕ ਸਰਟਨ ਪੁਆਇੰਟ ਇਹੋ ਜਿਹਾ ਹੋਊਗਾ, ਉਸ ਪੁਆਇੰਟ ਤੋਂ ਅਗਰ ਬਾਹਰ ਇਸ ਮੈਗਨੇਟ ਨੂੰ ਤੁਸੀਂ ਰੱਖੋਗੇ ਤਾਂ ਇਹਦੇ ਤੇ ਕੋਈ ਫੋਰਸ ਨਹੀਂ ਲੱਗੇਗੀ। ਇਹਦਾ ਮਤਲਬ ਮੈਂ ਕਹਿ ਸਕਦਾ ਹੈ ਕਿ ਜਿਹੜੀ ਇਹ ਵਾਲੀ ਮੈਗਨੇਟ ਹੈ ਸੋਰਸ ਮੈਗਨੇਟ ਹੈ, ਤੇ ਇਹ ਮੈਗਨੇਟ ਕਿਹੜੀ ਹੈ? ਇਹ ਟੈਸਟ ਮੈਗਨੇਟ ਹੈ। ਮਤਲਬ ਸੋਰਸ ਮੈਗਨੇਟ ਦਾ ਵੀ ਉਹਦੇ ਅਰਾਊਂਡ ਇੱਕ ਸਪੇਸ ਹੁੰਦੀ ਹੈ, ਇੱਕ ਰੀਜਨ ਹੁੰਦਾ ਹੈ ਜਿਹਦੇ ਵਿੱਚ ਅਗਰ ਕੋਈ ਵੀ ਮੈਗਨੇਟ ਰੱਖੀ ਜਾਏਗੀ ਜਾਂ ਤਾਂ ਉਹਦੇ ਤੇ ਫੋਰਸ ਆਫ ਰਿਪਲਸ਼ਨ ਲੱਗੇਗੀ ਜਾਂ ਫੋਰਸ ਆਫ ਅਟਰੈਕਸ਼ਨ। ਜੇ ਤਾਂ ਨਾਰਥ ਦੇ ਸਾਹਮਣੇ ਨਾਰਥ ਆ ਗਿਆ ਤਾਂ ਰਿਪਲਸ਼ਨ, ਸਾਊਥ ਦੇ ਸਾਹਮਣੇ ਸਾਊਥ ਆ ਗਿਆ ਰਿਪਲਸ਼ਨ। ਅਗਰ ਆਪੋਜ਼ਿਟ ਚ ਜਿਹੜੇ ਕੀ ਹੈ ਪੋਲੈਰਿਟੀ ਆ ਜਾਂਦੀ ਹੈ ਫਿਰ ਕਰੇਗਾ ਅਟਰੈਕਟ। ਤਾਂ ਇਸ ਫੀਲਡ ਨੂੰ ਅਸੀਂ ਕੀ ਬੋਲਾਂਗੇ? that is known as magnetic field। ਪਹਿਲਾਂ ਕੀ ਪੜ੍ਹ ਕੇ ਆਏ ਸੀਗੇ? ਇਲੈਕਟ੍ਰਿਕ ਫੀਲਡ। ਹੁਣ ਅਸੀਂ ਕੀ ਪੜਾਂਗੇ? ਮੈਗਨੈਟਿਕ ਫੀਲਡ। ਹੁਣ ਦੇਖੋ ਮੈਂ ਇਸ ਚੈਪਟਰ ਦੇ ਵਿੱਚ ਪਹਿਲਾਂ ਹੀ ਕਲੀਅਰ ਕਰ ਦੇਣਾ ਕਿ ਇਸ ਚੈਪਟਰ ਦੇ ਵਿੱਚ ਜਿਹੜੇ ਬੱਚੇ ਰੱਟਾਫਿਕੇਸ਼ਨ ਨਾਲ ਕੰਮ ਕਰਨਗੇ ਉਹ ਬਹੁਤ ਜ਼ਿਆਦਾ ਗਲਤੀਆਂ ਕਰਕੇ ਆਉਣਗੇ। ਮਤਲਬ ਮੈਨੂੰ ਤਾਂ 3 ਸਾਲ ਦਾ ਹੀ ਐਕਸਪੀਰੀਅੰਸ ਆ ਜੇ, ਠੀਕ ਹੈ, ਤੇ ਵਿਸ਼ਾਲ ਸਰ ਨਾਲ ਵੀ ਕਈ ਵਾਰ ਕੀ ਇਸ ਮਾਮਲੇ 'ਚ ਗੱਲ ਹੁੰਦੀ ਹੈਗੀ, ਠੀਕ ਹੈ। ਉਹ ਜਿਹੜੇ ਮੰਡੋਵਾੜੀਕਾ ਸਕੂਲ ਵਾਲੇ ਆ ਉਹ ਜਾਣਦੇ ਆ ਸਾਰੇ, ਤੇ ਜਿਹੜੇ ਪਬਲਿਕ ਵਾਲੇ ਨੇ ਉਹ ਵੀ, ਜੇ ਤੁਹਾਡੀ ਕਿਸੇ ਟੀਚਰ ਨਾਲ ਕਦੇ ਗੱਲ ਹੋਈ ਤੁਸੀਂ ਕਦੇ ਗੱਲ ਕਰਕੇ ਦੇਖਿਓ। ਮਤਲਬ ਜਿਹੜੇ ਬੱਚੇ ਇਸ ਚੈਪਟਰ 'ਚ ਰੱਟਾ ਲਾਉਂਦੇ ਆ ਨਾ ਉਹਨਾਂ ਨੂੰ ਕੁਐਸਚਨ ਦਾ ਪੁੱਛਿਆ ਹੁੰਦਾ ਮੈਗਨੈਟਿਕ ਫੀਲਡ ਦਾ, ਤੇ ਉਹ ਕੁਐਸਚਨ ਕਰਕੇ ਆਉਂਦੇ ਨੇ ਇਲੈਕਟ੍ਰਿਕ ਫੀਲਡ ਦਾ। ਹੁਣ ਦੇਖੋ ਤੁਸੀਂ ਕਹਿੰਦੇ ਹੋਵੋਗੇ ਵੀ ਸਰ ਇਹ ਕਿਵੇਂ ਹੋ ਸਕਦਾ ਹੈ? ਇਹ ਹੋ ਸਕਦਾ ਹੈ ਕਿਉਂਕਿ ਜਿਹੜੇ ਤੁਸੀਂ ਇਲੈਕਟ੍ਰਿਕ ਫੀਲਡ ਵਾਲੇ ਆਰਟੀਕਲ ਪੜ੍ਹ ਕੇ ਆਏ ਹੋ ਨਾ ਉਹੀ ਡਿਟੋ ਆਰਟੀਕਲ 1A ਤੇ 1B ਵਾਲੇ ਤੁਹਾਨੂੰ ਮੈਂ ਮੈਗਨੈਟਿਕ ਫੀਲਡ 'ਚ ਪੜਾਉਂਗਾ, ਡਿਟੋ ਆਰਟੀਕਲ। ਪਰ ਉਹ ਕਾਦੇ ਕਰਕੇ ਨੇ? ਚਾਰਜ ਕਰਕੇ ਪੜ੍ਹੇ ਨੇ। ਹੁਣ ਅਸੀਂ ਕਾਦੇ ਕਰਕੇ ਪੜਾਂਗੇ? ਮੈਗਨੇਟ ਕਰਕੇ ਪੜਾਂਗੇ। ਤਾਂ ਰੱਟਾਫਿਕੇਸ਼ਨ ਵਾਲੇ ਬੱਚੇ ਹਮੇਸ਼ਾ ਕੀ ਕਰਦੇ ਆ? ਕੁਐਸਚਨ ਆਉਂਦਾ ਮੈਗਨੈਟਿਕ ਫੀਲਡ ਦਾ, ਚੱਕ ਕੇ ਕਰੇ ਆਉਂਦੇ ਨੇ ਇਲੈਕਟ੍ਰਿਕ ਫੀਲਡ ਦਾ। ਅੱਛਾ ਇਲੈਕਟ੍ਰਿਕ ਫੀਲਡ ਦਾ ਕੁਐਸਚਨ ਆਉਂਦਾ, ਚੱਕ ਕੇ ਕਰੇ ਆਉਂਦੇ ਨੇ ਮੈਗਨੈਟਿਕ ਫੀਲਡ ਦਾ। ਕਿਉਂ? ਕਿਉਂਕਿ ਰੱਟਾ ਲਾਇਆ। ਜਿਵੇਂ ਪੜਿਆ ਸੀ ਨਾ ਆਪਾਂ ਐਕਸੀਅਲ ਲਾਈਨ, ਇਕੁਆਟੋਰੀਅਲ ਲਾਈਨ, ਉਹ ਸੇਮ ਕਨਸੈਪਟ ਇੱਥੇ ਵੀ ਆਉਣਗੇ। ਤਾਂ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਕਿ ਹੁਣ ਅਸੀਂ ਮੈਗਨੈਟਿਕ ਫੀਲਡ ਪੜ੍ਹ ਰਹੇ ਹਾਂ, ਤੇ ਮੈਗਨੈਟਿਕ ਫੀਲਡ ਕਿਹੜਾ ਫੀਲਡ ਹੈ? ਉਹ ਫੀਲਡ ਜਿਹੜਾ ਇੱਕ ਮੈਗਨੇਟ ਕਰਕੇ ਆਉਂਦਾ, ਤੇ ਇਲੈਕਟ੍ਰਿਕ ਫੀਲਡ ਕਿਹੜਾ ਫੀਲਡ ਹੈ? ਜਿਹੜਾ ਇੱਕ ਚਾਰਜ ਕਰਕੇ ਆਉਂਦਾ। ਤਾਂ ਇਸ ਗੱਲ ਦਾ ਖਾਸ ਕਰਕੇ ਧਿਆਨ ਦੇਖੋ। ਜੇ ਤੁਸੀਂ ਲੌਜੀਕਲ ਦੇਖੋਗੇ ਤਾਂ ਗਲਤੀ ਹੋਣ ਦਾ ਚਾਂਸਸ ਨਹੀਂ ਹੁੰਦੇ ਹੈਗੇ, ਪਰ ਮੈਂ 3 ਸਾਲ ਹੋ ਗਏ ਜੀ, 3 ਸਾਲ ਦੇ ਵਿੱਚ ਮੈਂ ਮੋਸਟਲੀ ਬੱਚੇ ਦੇਖਦਾ ਹੈ ਕਿ ਅਸੀਂ ਉਹਨਾਂ ਦੇ ਕੁਐਸਚਨਸ ਕੀ ਹੈ, ਕੁਐਸਚਨਸ ਤੇ ਕਾਟੇ ਵੀ ਮਾਰਦੇ ਹਾਂ,
बिकॉज क्यों, क्योंकि उन्होंने रट्टा लाया तो पढ़ते नहीं है भी क्वेश्चन पूछा की है, वो क्वेश्चन मैग्नेटिक फील्ड है ਜਾਂ ਇਲੈਕਟ੍ਰਿਕ ਫੀਲਡ ਹੈ, ਬਸ ਉਹਨਾਂ ਨੂੰ ਐਕਸੀਅਲ ਦਿਖ ਜਾਂਦਾ ਹੈ, ਉਹਨਾਂ ਨੂੰ ਇਕੁਆਟੋਰੀਅਲ ਲਾਈਨ ਦਿਖ ਜਾਂਦੀ ਹੈ, ਉਹਨਾਂ ਨੂੰ ਡਾਈਪੋਲ ਦਿਖ ਜਾਂਦਾ ਮਿੰਟੋ ਮਿੰਟ ਉਹੀ ਡਿਟੋ ਡੈਰੀਵੇਸ਼ਨ ਇਲੈਕਟ੍ਰਿਕ ਫੀਲਡ ਵਾਲੀ ਬਣਾਉਂਦੇ, ਜਦ ਕਿ ਕੁਐਸਚਨ ਪੁੱਛਿਆ ਹੁੰਦਾ ਮੈਗਨੈਟਿਕ ਫੀਲਡ ਦਾ। ਤਾਂ ਮੈਂ ਉਮੀਦ ਕਰੂੰਗਾ ਵੀ ਤੁਹਾਡੇ ਚੋਂ ਤਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ। ਚਲੋ ਤਾਂ ਮੈਗਨੈਟਿਕ ਫੀਲਡ ਦੀ ਅਗਰ ਅਸੀਂ ਡੈਫੀਨੇਸ਼ਨ ਲਿਖਣੀ ਹੋਵੇ ਤਾਂ ਮੈਗਨੈਟਿਕ ਫੀਲਡ ਦੀ ਡੈਫੀਨੇਸ਼ਨ ਕੀ ਆਏਗੀ? ਤਾਂ ਬੱਚੇ ਮੈਗਨੈਟਿਕ ਫੀਲਡ ਦੀ ਡੈਫੀਨੇਸ਼ਨ ਆਪਾਂ ਕੁਐਸਚਨ ਬਣਾ ਕੇ ਲਿਖ ਲੈਣੇ ਆ। What do you mean by magnetic field? Right, it's SI and CGS unit. तो आंसर की आएगा मैग्नेटिक फील्ड की है, इट इज द रीजन इलेक्ट्रिक फील्ड में कोई और स्पेस अराउंड द मैग्नेट, around the magnet in which its magnetic effect can be felt। ठीक है जी। उस तो बाद अच्छा यदि ऐसा यूनिट है ने टेस्ला कैपिटल टी सिंबल है, इनू टकले नाम से तुसी याद कर सकते हो, टकला टेस्ला वैसा टकले तो तुसी इनू याद रख सकते हो। सीजीएस जेडे यूनिट ने दे वो है गॉस, गॉस। फिर अगे जाके ਅਸੀਂ ਇਹਨਾਂ ਦੋਨਾਂ ਦੇ ਵਿੱਚ ਰਿਲੇਸ਼ਨ ਵੀ ਲਿਖਾਂਗੇ ਵੀ ਇੱਕ ਟੈਸਲਾ ਚ ਕਿੰਨੇ ਗੌਸ ਹੁੰਦੇ ਨੇ। ਤੁਸੀਂ 10th ਕਲਾਸ ਦੇ ਡਿਟੋ ਚੈਪਟਰ ਇਹ ਪੜਿਆ ਹੋਇਆ, ਬਸ ਹੁਣ ਥੋੜਾ ਐਡਵਾਂਸ ਪੜਾਂਗੇ। ਓਕੇ, ਉਸ ਤੋਂ ਬਾਅਦ ਜਿਹੜਾ ਮੈਗਨੈਟਿਕ ਫੀਲਡ ਹੈ ਇਹਨੂੰ ਅਸੀਂ B ਨਾਲ ਲਿਖਦੇ ਹਾਂ। ਇਟ ਇਜ਼ ਅ ਵੈਕਟਰ ਕੁਆਂਟੀਟੀ, ਇਹ ਵੈਕਟਰ ਕੁਆਂਟੀਟੀ ਹੈ ਇੱਕ, ਇਟ ਇਜ਼ ਅ ਵੈਕਟਰ ਕੁਆਂਟੀਟੀ। ਜਿਹੜੀ ਇਹਦੀ ਡਾਇਰੈਕਸ਼ਨ ਹੁੰਦੀ ਹੈ ਉਹ ਹੁੰਦੀ ਹੈ ਫਰੋਮ ਨਾਰਥ टू साउथ। ठीक है, आउटसाइड द मैग्नेट। ते फ्रॉम साउथ टू नॉर्थ हुंदी है इनसाइड द मैग्नेट। ठीक है जी, ये डायरेक्शन क्लियर? Yes, sir. ओके डन। सर आज थोड़ा ब्लर दिख रहा है। वो मार्कर दी थोड़ी ना इंक खत्म हो रही है, उसदे करके है। ओके नेक्स्ट है जी, अच्छा अपने को ये हो गया। ओके नेक्स्ट है जी लॉरेंट्ज फोर्सेस। नहीं लॉरेंट्ज फोर्स नेक्स्ट जो आप पढ़ना जी दैट इज ओरेस्टेड एक्सपेरिमेंट। एक मिनट वेट करो, अच्छा मैं इंक ले आऊँ।
हाँ जी, अरेस्टेड एक्सपेरिमेंट। देखो ਜਿਹੜਾ ਅਸੀਂ ਚੈप्टर पढ़ रहे हैं वो की है, वो है मैग्नेटिक इफेक्ट्स ऑफ इलेक्ट्रिक करंट, है ना। की नाम सी दा, आवाज आ रही है ना। मैग्नेटिक इफेक्ट्स ऑफ इलेक्ट्रिक करंट। ਅਸੀਂ ਇਹ ਚੈप्टर पढ़ रहे हैं ना। देखो ਇਹਦੇ ਵਿੱਚ ਕੀ ਇੱਕ ਤਾਂ वर्ड है मैग्नेट, एक ਇਹਦੇ ਵਿੱਚ ਹੈਗਾ करंट। मतलब मैग्नेट ਤੇ करंट ਨੂੰ ਅਸੀਂ ਇਕੱਠੇ ਹੀ ਇਸ ਚੈप्टर 'ਚ ਪੜ੍ਹਨਾ ਹੈ। ਪਹਿਲਾਂ ਐਵੇਂ ਨਹੀਂ ਹੁੰਦਾ ਸੀਗਾ। ਪਹਿਲਾਂ ਇਲੈਕਟ੍ਰਿਕ ਫੀਲਡ ਹੈ ਜਿਹੜਾ, मतलब ਇਲੈਕਟ੍ਰਿਕ ਕਰੰਟ ਵਾਲਾ ਚੈप्टर ਇਹ ਅਲੱਗ ਪੜ੍ਹਾਇਆ ਜਾਂਦਾ ਸੀ, ਤੇ ਜੋ ਮੈਗਨੇਟ ਵਾਲਾ ਚੈप्टर ਇਹ ਅਲੱਗ ਪੜ੍ਹਾਇਆ ਜਾਂਦਾ ਸੀ। मतलब करंट ਤੇ ਮੈਗਨੈਟਿਕ ਫੀਲਡ ਦੇ ਵਿੱਚ ਜਾਂ ਮੈਗਨੇਟ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ ਸੀਗਾ। ਤਾਂ ਔਰੈਸਟਡ ਉਹ ਪਹਿਲਾ ਇਨਸਾਨ ਸੀਗਾ ਜਿਹਨੇ ਕੀ ਹੈ ਕਰੰਟ ਤੇ ਮੈਗਨੈਟਿਕ ਫੀਲਡ ਦੇ ਵਿੱਚ ਜਾਂ ਮੈਗਨੇਟ ਦੇ ਵਿੱਚ ਇੱਕ ਰਿਲੇਸ਼ਨ ਬਣਾਇਆ। ਇਹਨੇ ਦੇਖਿਆ ਕਿ ਜਿੱਥੇ ਵੀ ਕਰੰਟ ਹੋਏਗਾ ਉਸ ਕਰੰਟ ਦੇ ਅਰਾਊਂਡ ਇੱਕ ਮੈਗਨੈਟਿਕ ਫੀਲਡ ਹੋਏਗਾ। ठीक है, फिर अगे जाके नेक्स्ट चैप्टर ਦੇ ਵਿੱਚ ਅਸੀਂ ਆਪੋਜ਼ਿਟ ਵੀ ਪੜਾਂਗੇ ਕਿ ਜਿੱਥੇ ਮੈਗਨੈਟਿਕ ਫੀਲਡ ਚੇਂਜ ਹੋਇਆ ਕਰੇਗਾ ਉੱਥੇ ਕਰੰਟ ਵੀ ਬਣਿਆ ਕਰੇਗਾ। ठीक है जी, तो ओरेस्टेड ने ਕੀਤਾ ਕਿ ਆਪਾਂ ਉਹ ਦੇਖ ਰਹੇ ਹਾਂ ਪਹਿਲਾਂ। ਤਾਂ ओरेस्टेड ਕੀ ਕਹਿੰਦਾ ਸੀਗਾ, एक करंट कैरिंग वायर सी, ऐदा मतलब एक सर्किट सीगा। ठीक है, इत्थे लगी हुई स्विच। ठीक है जी, ते इस प्लेस दे विच एक की है मैग्नेटिक नीडल रखी सी, आ नॉर्थ साउथ। एक ये मैग्नेटिक नीडल, स्विच देखो हैगी ओपन, तो ये मैग्नेटिक नीडल बिल्कुल स्ट्रेट एज इट इज पई सी। तो करंट नूं जदों ही उन्हें ऑन किया, मतलब स्विच नूं जदों ही ऑन किया, तो करंट फ्लो करना स्टार्ट हो गया, आई करंट। तो आई करंट फ्लो होने दे नाल की होया, जिहड़ी मैग्नेटिक नीडल सी वो एक डिफ्लैक्शन शो कर गई। इत्थे आ गया नॉर्थ, इत्थे आ गया साउथ। वो बड़ा हैरान होया, उन्हें सोचा कि नीडल अपने आप दा मूव नहीं कर सकती, क्योंकि न्यूटन कहता सीगा कि बिना किसी एक्सटर्नल फोर्स दे जिहड़ी कोई भी बॉडी है मूव नहीं कर सकती। पर ये जो नीडल सी स्विच ऑन करन दे नाल डिफ्लैक्शन शो कर गई लेफ्ट हैंड साइड, मतलब कि ऐदा नीडल सी ये आज दा सेंटर वाला पॉइंट ऐदा नीडल हो गया इत्थे आ। तो कहना डेफिनेटली इस नीडल ते की लगी है फोर्स। हुण फोर्स लगाउण वाला कोई होर तां है नहीं सीगा, हुण तां सिर्फ करंट पास कीता सीगा। तो उन्हें सोचा कि जो करंट है, करंट दे अराउंड, मतलब करंट कैरिंग कंडक्टर है, ਇਹਦੇ ਅਰਾउंड ਕਹਿੰਦੇ ਵੀ ਇੱਕ ਕੀ ਬਣਦਾ ਹੈ ਮੈਗਨੈਟਿਕ ਫੀਲਡ ਬਣਦਾ। ਉਸ ਮੈਗਨੈਟਿਕ ਫੀਲਡ ਦੇ ਵਿੱਚ अगर कोई भी मैग्नेटिक मटीरियल आएगा तो उस पे मैग्नेटिक फोर्स लगेगी। उस फोर्स दे नाल ये निडल की है अपनी पोजीशन की कर लैंदी है, चेंज कर लैंदी है। तो इस एक्सपेरीमेंट तो करंट ते मैग्नेटिक फील्ड दे विच एक रिलेशन बन गया सी, इसे करके इस चैप्टर नूं कंबाइन करता। फिर उन्हें की है दूसरी बार की कीता, उन्हें करंट की डायरेक्शन चेंज कर दी, पॉजिटिव और नेगेटिव। ऐसा स्विच नूं ऑन किया,
ਇਦਾਂ ਆਪਣੇ ਕੋਲੇ ਕੀ ਨਿਡਲ ਸੀਗੀ ਨਾਰਥ ਆ ਸਾਊਥ ਨਿਡਲ ਨੂੰ ਜਦੋਂ ਔਨ ਕੀਤਾ ਤਾਂ ਉਹ ਨਿਡਲ ਇਸ ਸਾਈਡ ਆ देखो पहला तो निडल की है लेफ्ट हैंड साइड डिफ्लेक्शन शो कर रही सी हुन निडल की है राइट हैंड साइड डिफ्लेक्शन शो कर रही है तो दूसरा उन्हें कंक्लूजन की फाइंड किया कि अगर करंट दी डायरेक्शन चेंज करते हैं तो जिहड़ी मैग्नेटिक निडल दी डायरेक्शन है वो भी की होएगी चेंज होगी तो ओरेस्टेड दे दो मेन कंक्लूजन सीगे फर्स्ट तो की सीगा कि जदों कोई भी करंट कैरिंग कंडक्टर दे अराउंड ਦੇ ਨੀਅਰ ਅਬਾਊਟ ਜਦੋਂ ਕੋਈ ਵੀ ਸੀ ਮੈਗਨੈਟਿਕ ਨਿਡਲ ਜਾਂ ਕੋਈ ਵੀ ਮੈਗਨੈਟਿਕ ਮਟੀਰੀਅਲ ਰੱਖਾਂਗੇ ਉਹਦੇ ਤੇ ਕੀ ਲੱਗੇਗੀ ਇੱਕ ਫੋਰਸ ਲੱਗੇਗੀ ਬਿਕੋਜ਼ ਕਿਉਂਕਿ ਕਰੰਟ ਕੈਰਿੰਗ ਕੰਡਕਟਰ ਦੇ ਅਰਾਊਂਡ ਕੀ ਐਗਜ਼ਿਸਟ ਕਰਦਾ ਹੈ ਇੱਕ ਮੈਗਨੈਟਿਕ ਫੀਲਡ ਦੂਸਰਾ ਕੀ ਕਹਿੰਦਾ ਜਿਹੜੀ ਡਾਇਰੈਕਸ਼ਨ ਆਫ ਫੋਰਸ ਹੈ ਜੋ ਨਿਡਲ ਜਾਂ ਮੈਗਨੈਟਿਕ ਮਟੀਰੀਅਲ ਤੇ ਲੱਗੇਗੀ ਇਟ ਆਲਸੋ ਡਿਪੈਂਡਸ ਅਪਨ ਦਾ ਡਾਇਰੈਕਸ਼ਨ ਆਫ ਕਰੰਟ ਕਿ ਜਿਵੇਂ ਹੀ ਡਾਇਰੈਕਸ਼ਨ ਆਫ ਕਰੰਟ ਹੋ ਸਕਦਾ ਹੁਣ ਜਿਵੇਂ ਹੁਣ ਕਰੰਟ ਮੈਂ ਇਥੋਂ ਕਹਾ ਵੀ ਇਧਰੋਂ ਲੈਫਟ ਹੈਂਡ ਸਾਈਡ ਜਿਵੇਂ ਇਧਰੋਂ ਕਹਾ ਮੈਂ ਅਪ ਜਾ ਰਹੇ ਹਾਂ ਇਧਰੋਂ ਕਰੰਟ ਕੀ ਹੈ ਡਾਊਨ ਜਾ ਰਹੇ ਹੈ ਤਾਂ ਦੋਨੋਂ ਕੇਸਿਸ ਦੇ ਵਿੱਚ ਜਿਹੜੀ ਨਿਡਲ ਦੀ ਡਿਫਲੈਕਸ਼ਨ ਆ ਉਹ ਕੀ ਹੈ ਅਲੱਗ-ਅਲੱਗ ਇਸ ਤਰੀਕੇ ਠੀਕ ਹੈ ਜੀ ਹੁਣ ਇਹ ਐਕਸਪੈਰੀਮੈਂਟ ਤੁਸੀਂ ਘਰੇ ਕਰਕੇ ਦੇਖ ਸਕਦੇ ਹੋ ਬੜਾ ਸਿੰਪਲ ਹੈ ਤੁਸੀਂ ਇੱਕ ਛੋਟੀ ਜਿਹੀ ਕੀ ਹੈ ਮੈਗਨੈਟਿਕ ਨਿਡਲ ਲਿਆਓ ਬਾਜ਼ਾਰ ਚੋਂ ਮਿਲ ਜਾਂਦੀ ਹੈ ਇਹ ਆਪਣੇ ਘਰੇ ਕੋਈ ਵੀ ਜਿੱਥੋਂ ਕਰੰਟ ਫਲੋ ਕਰ ਰਿਹਾ ਕਿਸੇ ਵਾਇਰ ਦੇ ਵਿੱਚੋਂ ਉਹਦੇ ਕੀ ਇਹਨੂੰ ਨੀਚੇ ਰੱਖ ਦਿਓ ਤਾਂ ਤੁਸੀਂ ਦੇਖਿਓ ਇਹ ਨਿਡਲ ਡਿਫਲੈਕਸ਼ਨ ਸ਼ੋ ਕਰਨ ਲੱਗ ਜੇਗੀ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਐਕਚੁਅਲ ਦੇ ਵਿੱਚ ਮਤਲਬ ਰਿਐਲਿਟੀ ਦੇ ਵਿੱਚ ਕਰੰਟ ਕੈਰਿੰਗ ਕੰਡਕਟਰ ਕਰਕੇ ਕੀ ਐਗਜ਼ਿਸਟ ਕਰਦਾ ਹੈ ਮੈਗਨੈਟਿਕ ਫੀਲਡ ਠੀਕ ਹੈ ਜੀ ਹੁਣ ਇਹ ਤਾਂ ਦੇਖੋ ਐਕਸਪੈਰੀਮੈਂਟ ਸੀ ਹੁਣ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਕਦੋਂ ਨਿਡਲ ਲੈਫਟ ਹੈਂਡ ਸਾਈਡ ਡਿਫਲੈਕਟ ਕਰੇਗੀ ਕਦੋਂ ਨਿਡਲ ਰਾਈਟ ਹੈਂਡ ਸਾਈਡ ਡਿਫਲੈਕਟ ਕਰੇਗੀ ਤਾਂ ਉਹਦੇ ਲਈ ਸਾਡੇ ਕੋਲੇ ਰੂਲ ਹੈ ਉਹ ਰੂਲ ਕੀ ਕਹਿੰਦਾ ਆਪਾਂ ਦੁਬਾਰਾ ਕਲਾਸ ਨੂੰ ਜੁਆਇਨ ਕਰਦੇ ਫਿਰ ਮੈਂ ਤੁਹਾਨੂੰ ਦੱਸਦਾ